ਸਾਡੇ ਮੁਆਸ਼ਰੇ ਜਿਹੜੇ ਬਿਲਖਸੂਸ ਬਰਰੇ ਸਗੀਰ ਦੇ ਮੁਆਸ਼ਰੇ ਕਹਿ ਲਓ ਕਿ ਇਹਨਾਂ ਦੇ ਵਿੱਚ ਅਦਬ ਦੇ ਨਾਮ ਤੋਂ ਇhtਰਾਮ ਦੇ ਨਾਮ ਤੋਂ ਬੜੀ ਅਨਡਿਊ ਬਲੈਕਮੇਲਿੰਗ ਜਿਹੜੀ ਹੈ ਨਾ ਉਹ ਸਾਡੇ ਬੱਚਿਆਂ ਨੂੰ ਮਾਜ਼ੂਰ ਪੈਦਾ ਕਰਦੀ ਹੈ। ਮੈਂ ਅੱਗੇ ਵੀ ਕਈ ਵਾਰੀ ਅਰਜ਼ ਕੀਤਾ ਹੈ ਕਿ ਇਨਸਾਨ ਔਰ ਜਾਨਵਰ ਦੇ ਵਿੱਚ ਅਗਰ ਕੋਈ ਬੁਨਿਆਦੀ ਫਰਕ ਹੈ ਨਾ ਤੇ ਉਹ ਇਹੋ ਹੀ ਹੈਗਾ ਕਿ ਇਨਸਾਨ ਨੂੰ ਅੱਲਾਹ ਤਾਲਾ ਨੇ ਇਹ ਸਲਾਹੀਅਤ ਦਿੱਤੀ ਹੈ ਕਿ ਉਹ ਦਲੀਲ ਦੇਵੇ, ਉਹ ਰੀਜ਼ਨਿੰਗ ਕਰੇ, ਉਹ ਸਵਾਲ ਉਠਾਏ। ਹੁਣ ਸਾਡੇ ਬਦਕਿਸਮਤੀ ਇਹ ਹੈ ਕਿ ਬੱਚਾ ਜੰਮਦਾ ਤੇ ਉਹਨੂੰ ਅਸੀਂ ਇਹ ਜ਼ਰੂਰ ਦਰਸ ਦਿੰਦੇ ਹਾਂ ਔਰ ਬਿਲਕੁਲ ਸਹੀ ਦਰਸ ਦਿੰਦੇ ਹਾਂ ਕਿ ਆਪਣੇ ਵਾਲਿदैन ਦਾ ਇਹਤਰਾਮ ਕਰ, ਆਪਣੇ ਬਜ਼ੁਰਗਾਂ ਦਾ ਇਹਤਰਾਮ ਕਰ, ਔਰ ਉਹ ਇਹਤਰਾਮ ਕਰਦਾ। ਲੇਕਿਨ ਇਸ ਇਹਤਰਾਮ ਦੇ ਨਾਲ ਅਗਰ ਉਹਦੇ ਵਾਲਿदैन ਜਾਂ ਉਹਦੇ ਉਸਤਾਦ ਕੋਈ ਗਲਤ ਕੰਮ ਵੀ ਕਰਦੇ ਨੇ ਤੇ ਉਹ ਸਵਾਲ ਨਹੀਂ ਉਠਾਉਂਦਾ ਕਿ ਕਿਤੇ ਬੇਅਦਬੀ ਨਾ ਹੋ ਜਾਏ। ਇਹਦਾ ਮਤਲਬ ਹੈ ਕਿ ਅਸੀਂ ਦਰਅਸਲ ਉਸ ਬੱਚੇ ਨੂੰ ਮਾਜ਼ੂਰੀ ਦੇ ਵੱਲ ਲੈ ਕੇ ਜਾ ਰਹੇ ਹਾਂ। ਜਿਸ ਵੇਲੇ ਉਹ ਥੋੜਾ ਜਿਹਾ ਬੜਾ ਹੁੰਦਾ ਹੈ ਔਰ ਪੜ੍ਹ ਲਿਖ ਜਾਂਦਾ ਹੈ, ਉਸ ਤੋਂ ਬਾਅਦ ਉਹ ਕਿਤੇ ਜੌਬ ਤੇ ਚਲਾ ਜਾਂਦਾ ਹੈ, ਉੱਥੇ ਉਹਨੇ ਆਪਣੇ ਬੌਸ ਦਾ ਅਦਬ ਕਰਨਾ ਹੈ। ਅਗਰ ਬੌਸ ਉਹਨੂੰ ਕਹਿ ਰਿਹਾ ਹੈ ਕਿ ਤੂੰ ਇਹ ਕਰ, ਭਾਵੇਂ ਉਹ ਗੈਰ ਕਾਨੂੰਨੀ ਕੰਮ ਹੋਵੇ, ਉਹ ਅਦਬ ਦੇ ਨਾਂ ਤੇ ਬਲੈਕਮੇਲ ਹੋ ਕੇ ਬਈ ਗੁਸਤਾਖੀ ਨਾ ਹੋ ਜਾਏ ਤੇ ਉਹ ਕੰਮ ਕਰ ਦਿੰਦਾ ਹੈ, ਹਾਲਾਂਕਿ ਉਹ ਗੈਰ ਕਾਨੂੰਨੀ ਕੰਮ ਹੁੰਦਾ। ਇਹਦਾ ਮਤਲਬ ਇੱਕ ਮੁਆਸ਼ਰੇ ਦੇ ਵਿੱਚ ਇੱਕ ਮੰਨਫੀ ਕੰਟਰੀਬਿਊਟ ਕਰ ਰਿਹਾ ਹੈ ਔਰ ਮੁਆਸ਼ਰੇ ਨੂੰ ਤਬਾਹ ਕਰਨ ਵਾਲੇ ਪਾਸੇ ਚਲਾ ਜਾਂਦਾ ਹੈ। ਜਦਕਿ ਸਾਡੇ ਮੁਆਸ਼ਰੇ ਦੇ ਵਿੱਚ ਜਿਹੜਾ ਕਿ ਬੁਨਿਆਦੀ ਤੌਰ ਤੇ ਕਿ ਇਸਲਾਮੀ ਮੁਆਸ਼ਰਾ ਹੋਣਾ ਚਾਹੀਦਾ ਹੈ, ਉੱਥੇ ਤੇ ਇਹੋ ਜਿਹਾ ਮੁਆਸ਼ਰਾ ਸੀ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਸਵਾਲ ਉਠਾਉਣ ਦੀ ਇਜਾਜ਼ਤ ਦਿੱਤੀ, ਉਹਨੂੰ ਉਹਦੀ ਹੌਸਲਾ ਅਫਜ਼ਾਈ ਕੀਤੀ ਔਰ ਪੈਮਾਨੇ ਮੁਕਰਰ ਕਰਤੇ ਕਿ ਤੁਹਾਡੀ ਦੋਸਤੀ ਔਰ ਤੁਹਾਡੀ ਦੁਸ਼ਮਣੀ ਇਹ ਅੱਲਾਹ ਦੇ ਵਾਸਤੇ ਹੈ ਔਰ ਤੁਸੀਂ ਅਗਰ ਸੱਚ ਬੋਲਣਾ ਹੈ ਅੱਲਾਹ ਨੂੰ ਉਹ ਪਸੰਦ ਹੈਗਾ, ਝੂਠ ਬੋਲਣਾ ਤੇ ਅੱਲਾਹ ਨੂੰ ਉਹ ਪਸੰਦ ਨਹੀਂ ਹੈਗਾ। ਸਾਡੇ ਮੁਆਸ਼ਰਿਆਂ ਦੇ ਵਿੱਚ ਬੜੀ ਬਦਕਿਸਮਤੀ ਹੈ ਕਿ ਅਸੀਂ ਚਲੇ ਜਾਂਦੇ ਕਿ ਜੀ ਇਹ ਪੀਰੋ ਮੁਰਸ਼ਿਦ ਨੇ ਮੇਰੇ, ਉਹਨਾਂ ਦਾ ਅਦਬ ਅਸੀਂ ਕੀ ਕਰਨਾ ਹੈ। ਪੀਰੋ ਮੁਰਸ਼ਿਦ ਗਲਤ ਕੰਮ ਕਰਦੇ ਨੇ, ਉਸਤਾਦ ਗਲਤ ਪੜ੍ਹਾ ਰਿਹਾ ਹੈ, ਜਾਂ ਮਾਂ-ਬਾਪ ਕਹਿੰਦੇ ਨੇ ਕਿ ਬਾਹਰ ਦਰਵਾਜ਼ਾ ਖੜਕਿਆ ਹੈ ਤੇ ਬਈ ਬੇਟੇ ਜਾ ਕੇ ਦੱਸ ਵੀ ਅੱਬੂ ਘਰ ਕੋਈ ਨਹੀਂ। ਜਾਂ ਸਾਡੇ ਮੁਆਸ਼ਰੇ ਦੇ ਵਿੱਚ ਇਹ ਹੈ ਕਿ ਜੀ ਨੌਕਰੀ ਕਰਦਾ ਬੰਦਾ ਔਰ ਉਹ ਬੇਦਰੇਗ ਇਸਤੇਮਾਲ ਕਰ ਰਿਹਾ ਸਰਕਾਰੀ ਗੱਡੀਆਂ ਨੂੰ, ਸਰਕਾਰੀ ਵਸਾਇਲ ਨੂੰ, ਉਹ ਰਿਸ਼ਵਤ ਸਾਹਮਣੇ ਲੈ ਰਿਹਾ ਲੇਕਿਨ ਸਵਾਲ ਨਹੀਂ ਉਠਾਇਆ ਜਾ ਸਕਦਾ। ਇਸ ਵਾਸਤੇ ਕਿ ਬੇਅਦਬੀ ਹੋ ਜਾਂਦੀ ਹੈ। ਇਹ ਬੇਅਦਬੀ ਜਿਹੜੀ ਹੈ ਇਹ ਦਰਅਸਲ ਬੇਅਦਬੀ ਜਾਂ ਅਦਬ ਨਹੀਂ ਅਸੀਂ ਸਿਖਾ ਰਹੇ ਆਪਣੀ ਆਉਣ ਵਾਲੀਆਂ ਨਸਲਾਂ ਨੂੰ, ਇਹ ਅਸੀਂ ਉਹਨਾਂ ਨੂੰ ਮਾਜ਼ੂਰ ਕਰ ਰਹੇ ਹਾਂ ਕਿ ਅਸੀਂ ਸਵਾਲ ਨਾ ਉਠਾਈਏ। ਔਰ ਜਿਸ ਮੁਆਸ਼ਰੇ ਦੇ ਵਿੱਚ ਸਵਾਲ ਉੱਠਣਾ ਬੰਦ ਹੋ ਜਾਏ ਉਹ ਮੁਆਸ਼ਰੇ ਤਬਾਹ ਹੋ ਜਾਂਦੇ ਨੇ। ਔਰ ਜਿਵੇਂ ਤੁਹਾਡੇ ਸਾਹਮਣੇ ਨਜ਼ਰਾਂ ਤੇ ਸਾਹਮਣੇ ਹੋਣ ਡਏ ਨੇ, ਤਬਾਹ ਹੋਣ ਡਏ ਨੇ। ਅਗਰ ਕੋਈ ਮੌਲਵੀ ਸਾਹਿਬ ਨੇ ਉਹਨਾਂ ਦੇ ਸਾਹਮਣੇ ਕੋਈ ਸ਼ਾਗਿਰਦ ਇਹ ਸਵਾਲ ਉਠਾ ਨਹੀਂ ਸਕਦਾ ਕਿ ਹਜ਼ੂਰ ਤੁਸੀਂ ਇਸ ਮਸਲਕ ਦੇ ਕਰੀਬ ਤਰ ਹੋ ਤੇ ਕਿਉਂ ਹੋ। ਅਗਰ ਤੁਸੀਂ ਉਹਦੀ ਕੋਈ ਦਲੀਲ ਦਿਓ, ਉਹਦੀ ਕੋਈ ਲੌਜਿਕ ਦਿਓ, ਤੁਸੀਂ ਉਹਦੀ ਅਗਰ ਉਹ ਲੌਜਿਕ ਹੈ ਤੇ ਉਹ ਕੁਰਾਨ ਤੋਂ ਹਟ ਜਾਂਦੇ ਨੇ, ਹਦੀਸ ਤੋਂ ਹਟ ਜਾਂਦੇ ਨੇ, ਉਸ ਤੋਂ ਵੀ ਕਿਤੇ ਬਾਅਦ ਆ ਕੇ ਤਬਾ ਤਾਬਈਨ ਚੋਂ ਕੋਈ ਆਪਣੇ ਮਜ਼ਾਮੀਨ ਕੋਈ ਕਿਤੇ ਜਿਹੜੇ ਨੇ ਲੱਭ ਲੁੱਭ ਕੇ ਤੇ ਉਹਦਾ ਸਹਾਰਾ ਲੈ ਕੇ ਤੇ ਆਪਣੇ ਸ਼ਾਗਿਰਦਾਂ ਨੂੰ ਸਮਝਾਉਂਦੇ ਨੇ। ਉਹ ਮੌਲਵੀ ਸਾਹਿਬ ਕੋਲੋਂ ਜਿਹੜਾ ਜਿਹਦੇ ਕੋਲੋਂ ਕੁਰਾਨ ਪੜ੍ਹਿਆ ਉਹਦੇ ਕੋਲ ਸਵਾਲ ਉਠਾਉਣ ਤੋਂ ਕਤਰਾਉਂਦੇ ਨੇ। ਇਹ ਬੇਅਦਬੀ, ਇਹ ਬਿਲਕੁਲ ਨਹੀਂ ਹੈ ਸਵਾਲ ਉਠਾਉਣਾ। ਆਪਣੇ ਬੱਚਿਆਂ ਨੂੰ ਇਹ ਅਦਬ ਅਦਾਬ ਸਿਖਾਓ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਕਿ ਬਜ਼ੁਰਗਾਂ ਦੇ ਸਾਹਮਣੇ, ਵਾਲਿदैन ਦੇ ਸਾਹਮਣੇ ਉਫ ਤੱਕ ਕਰਨ ਦੀ ਇਜਾਜ਼ਤ ਨਹੀਂ। ਲੇਕਿਨ ਨਾਲ ਹੀ ਇਹ ਦੱਸਿਆ ਹੈ ਕਿ ਅਗਰ ਕੋਈ ਉਹ ਗੈਰ ਸ਼ਰਈ ਹੁਕਮ ਦੇਣ, ਇਹ ਰਿਸ਼ਵਤ ਗੈਰ ਸ਼ਰਈ ਹੁਕਮ ਹੈ, ਝੂਠ ਬੋਲਣਾ ਗੈਰ ਸ਼ਰਈ ਹੁਕਮ ਹੈ, ਇਹ ਚੀਜ਼ਾਂ ਜਿਹੜੀਆਂ ਨੇ ਇਹ ਅਗਰ ਕੋਈ ਕਰਦਾ ਤੇ ਫਿਰ ਤੁਹਾਡੇ ਤੇ ਉਹ ਅਦਬ ਜਾਂ ਉਹ ਹੁਕਮ ਦੀ ਤਾਮੀਲ ਜਿਹੜੀ ਉਹ ਲਾਜ਼ਮ ਨਹੀਂ ਹੈ। ਇਹ ਬੜੇ ਖੁੱਲੇ ਮਸਲੇ ਨੇ ਜਿਹੜੇ ਬੱਚਿਆਂ ਨੂੰ ਦੱਸੇ ਜਾਣੇ ਚਾਹੀਦੇ ਨੇ ਤਾਂ ਕਿ ਸਾਡੀਆਂ ਅਗਲੀਆਂ ਆਉਣ ਵਾਲੀਆਂ ਨਸਲਾਂ ਜਿਹੜੀਆਂ ਇਹ ਮਾਜ਼ੂਰ ਪੈਦਾ ਨਾ ਹੋਣ, ਇਹ ਸਵਾਲ ਉਠਾਉਣ ਦੀ ਸਲਾਹੀਅਤ ਰੱਖਣ। ਜਦੋਂ ਸਵਾਲ ਉਠਾਉਣ ਦੀ ਸਲਾਹੀਅਤ ਖਤਮ ਹੋ ਜਾਂਦੀ ਹੈ ਤੇ ਇਨਸਾਨ ਦੀ ਤਖਲੀਕੀ ਸਲਾਹੀਅਤ ਖਤਮ ਹੋ ਜਾਂਦੀ ਹੈ। ਇਹਦੇ ਤੇ ਗੌਰ ਫਰਮਾਣਾ, ਇਹ ਇਨਕਰੇਜ ਕਰਿਆ ਕਰੋ ਆਪਣੇ ਬੱਚਿਆਂ ਨੂੰ। ਔਰ ਅਦਬ ਦੀ ਜਿਹੜੀ ਹਦੂਦ ਨੇ ਨਾ ਉਹ ਹਦੂਦ ਦੱਸਿਆ ਕਰੋ ਕਿ ਅਦਬ ਦੀ ਇਹ ਹੱਦ ਹੈਗੀ ਹੈ।